ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਸਤਿਗੁਰਾਂ ਦੀਆਂ ਪਾਵਨ ਸਾਖੀਆਂ, ਸਤਿਗੁਰਾਂ ਦੇ ਪਾਵਨ ਬਚਨ ਸਰਵਣ ਕਰਨ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਚੰਗੀਆਂ ਚੀਜ਼ਾਂ ਨੂੰ ਲਾਈਕ ਤੇ ਚੰਗੀਆਂ ਚੀਜ਼ਾਂ ਨੂੰ ਸੁਣਨ ਨਾਲ ਜੀਵਨ ਵਿੱਚ ਚੰਗਾ ਹੁੰਦਾ ਹੈ। ਆਓ ਅੱਜ ਇੱਕ ਐਸੇ ਮਹਾਂਪੁਰਸ਼ ਦੇ ਜੀਵਨ ਬਾਰੇ ਜਾਣੀਏ ਜਿਨ੍ਹਾਂ ਨੂੰ ਗੁਰਬਾਣੀ ਦੇ ਵਿੱਚ ਬਹੁਤ ਹੀ ਸਤਿਕਾਰ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ਿਆ ਹੈ। ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ, ਜਿਨ੍ਹਾਂ ਨੇ ਜੀਵਨ ਬਾਰੇ ਭਾਈ ਗੁਰਦਾਸ ਸਾਹਿਬ ਜੀ ਬਚਨ ਕਰਦੇ ਆ, ਭਗਤ ਭਗਤ ਜਗ ਵੱਜਿਆ ਚੌਕੁੰਟਾਂ ਵਿੱਚ ਚਮਰੇਟਾ। ਭਾਈ ਗੁਰਦਾਸ ਸਾਹਿਬ ਜੀ ਦੱਸਦੇ ਆ ਕਿ ਉਹਨਾਂ ਦੇ ਜੀਵਨ ਦੇ ਬਾਰੇ ਕਿ ਪਿਆਰਿਓ, ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਿਆ ਤੇ ਮਾਰੇ ਕਹਿੰਦੇ ਆਠ ਪੈਰ ਜੋ ਹਰ ਹਰ ਜਪਿਆ ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਸੋ ਰਵਿਦਾਸ ਮਹਾਰਾਜ ਦਾ ਜੋ ਕਰਮ ਸੀ ਉਹ ਜੋੜੇ ਗੰਢਣ ਦਾ ਸੀ ਤੇ ਬਚਪਨ ਤੋਂ ਹੀ ਦਿਆਲੂ ਸਨ ਤੇ ਬੜਾ ਹੀ ਸੁਭਾਵਕ ਉਹਨਾਂ ਦਾ ਜੀਵਨ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ। ਪਰਉਪਕਾਰੀ ਜੀਵਨ ਨੂੰ ਦੇਖਦਿਆਂ ਉਹਨਾਂ ਦੇ ਪਿਤਾ ਜੀ ਨੇ ਇਹਨਾਂ ਨੂੰ ਇੱਕ ਜੋੜੇ ਗੰਢਣ ਦੀ, ਅਸੀਂ ਅੱਜ ਕੱਲ੍ਹ ਜਿਵੇਂ ਦੁਕਾਨ ਕਹਿ ਦਿੰਦੇ ਹਾਂ, ਉਹਨਾਂ ਸਮੇਂ 'ਚ ਉਹ ਛੰਨ ਪਾ ਕੇ ਉਹਨਾਂ ਨੂੰ ਇੱਕ ਜੋ ਮੇਨ ਜੋ ਰਾਹ ਜਾਂਦਾ ਸੀ ਜਿੱਥੋਂ ਲੋਕ ਲੰਘਿਆ ਕਰਦੇ ਸਨ, ਉਸ ਰਾਹ ਦੇ ਉੱਤੇ ਉਹਨਾਂ ਨੇ ਉਹਨਾਂ ਨੂੰ ਕੰਮ ਖੋਲ੍ਹ ਦਿੱਤਾ। ਪਾਣਹ ਗੰਢੈ ਰਾਹ ਵਿੱਚ ਕੁੱਲਾ, ਧਰਮ ਢੋਏ ਢੋਰ ਸਮੇਟਾ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਆ, ਭਾਈ ਰਾਹ ਦੇ ਵਿੱਚ ਉਹਨਾਂ ਦੀ ਦੁਕਾਨ ਹੈ। ਜਿਉਂ ਕਰ ਮੈਲੇ ਚੀਥੜਾ, ਹੀਰਾ ਲਾਲ ਅਮੋਲ ਪਲੇਟਾ। ਹੀਰਾ ਜਿੰਨਾ ਵੀ ਮਰਜੀ ਕਿਸੇ ਮੈਲੇ ਕੱਪੜੇ 'ਚ ਵੀ ਲਪੇਟਿਆ ਹੋਵੇ ਜਾਂ ਮਿੱਟੀ 'ਚ ਡਿੱਗਿਆ ਹੋਵੇ, ਪਰ ਹੀਰੇ ਦੀ ਕੀਮਤ ਨਹੀਂ ਘਟਦੀ, ਉਹਦੀ ਚਮਕ ਨਹੀਂ ਘਟਦੀ। ਇਸੇ ਤਰ੍ਹਾਂ ਰਵਿਦਾਸ ਮਹਾਰਾਜ ਜੀ ਭਾਵੇਂ ਜੋੜੇ ਗੰਢਦੇ ਆ, ਪਰ ਸਾਧ ਸੰਗਤ ਜੀ ਉਹਨਾਂ ਦਾ ਜਿਹੜਾ ਚਮਕ ਹੈ, ਜੋ ਉਹਨਾਂ ਦੀ ਰੱਬੀ ਨੂਰ ਹੈ, ਉਹ ਦੁਨੀਆ ਖੜ ਖੜ ਵੇਖਦੀ ਹੈ। ਜਿਹੜਾ ਵੀ ਉਹਨਾਂ ਦੇ ਦਰਸ਼ਨ ਕਰਦਾ ਉਹਨਾਂ ਦੇ ਕੋਲ ਖੜ ਜਾਂਦਾ, ਉਹਨਾਂ ਦੇ ਬਚਨ ਸੁਣਦਾ। ਜਿਹੜਾ ਉਹਨਾਂ ਕੋਲ ਜੋੜੇ ਗੰਢਾਉਣ ਆਉਂਦਾ ਹੈ, ਨਾਲੇ ਜੋੜਾ ਗੰਢਦੇ ਨੇ, ਨਾਲੇ ਉਹਨੂੰ ਰੱਬ ਦੇ ਨਾਲ ਗੰਢ ਦਿੰਦੇ ਆ। ਨਾਮ ਪਰਮੇਸ਼ਰ ਵਾਹਿਗੁਰੂ ਦਾ ਉਪਦੇਸ਼ ਦਿੰਦੇ ਆ। ਚੌ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹੇਟਾ। ਚੌ ਵਰਨਾਂ ਨੂੰ ਉਪਦੇਸ਼ਦੇ ਨੇ, ਜਿਵੇਂ ਗੁਰੂ ਨਾਨਕ ਸਾਹਿਬ ਬਚਨ ਕਰਦੇ ਆ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਉਪਦੇਸ਼ ਬਖਸ਼ਦੇ ਨੇ ਹਰੇਕ ਨੂੰ, ਇਹ ਨਹੀਂ ਵੇਖਦੇ ਵੀ ਕੌਣ ਹੈ ਕੌਣ ਨਹੀਂ, ਸਿਰਫ ਇੱਕ ਮਾਨਸ ਕੀ ਜਾਤ ਸਭ ਹੈ ਇੱਕੋ ਪਹਿਚਾਨਵੋ। ਸੋ ਸਾਧ ਸੰਗਤ ਜੀ, ਇੱਕ ਦਿਨ ਕੀ ਸਮਾਂ ਆਇਆ ਕਿ ਗੰਗਾ ਦੇ ਇਸ਼ਨਾਨ, ਦਰਸ਼ਨੀ ਇਸ਼ਨਾਨ ਦਾ ਸਮਾਂ ਆ ਗਿਆ। ਬਾਹਮਣ ਪੰਡਤਾਂ ਦੀ ਟੋਲੀਆਂ ਬੰਨ੍ਹ ਕੇ ਇਸ਼ਨਾਨ ਕਰਨ ਵਾਸਤੇ ਜਾਂਦੀਆਂ ਨੇ ਤੇ ਬਨਾਰਸ ਉੱਥੋਂ ਦੀ ਲੰਘਦੇ ਨੇ ਤੇ ਇੱਕ ਐਸੀ ਮੰਡਲੀ ਬਾਹਮਣਾਂ ਦੀ ਜਾ ਰਹੀ ਹੈ ਜਿਨ੍ਹਾਂ ਦੇ ਵਿੱਚ ਇੱਕ ਮੇਨ ਜਿਹੜਾ ਮੁਖੀ ਉਹਨਾਂ ਦਾ ਬਾਹਮਣ ਹੁੰਦਾ ਹੈ, ਉਹਦੀ ਪੈਰ ਦਾ ਜੋੜਾ ਜੋ ਟੁੱਟ ਜਾਂਦਾ ਹੈ। ਤੇ ਉਹ ਸਾਧ ਸੰਗਤ ਜੀ ਜਦੋਂ ਲੰਘਦੇ ਲੰਘਦੇ ਕੀ ਦੇਖਦੇ ਨੇ ਵੀ ਸਾਹਮਣੇ ਰਵਿਦਾਸ ਮਹਾਰਾਜ ਜੋੜੇ ਗੰਢ ਰਹੇ ਨੇ। ਕਹਿੰਦੇ ਇੱਥੋਂ ਜੋੜਾ ਕਠਾ ਲੈਂਦੇ ਆ। ਹੁਣ ਪੰਡਤ ਜੀ ਉੱਥੇ ਜੋੜਾ ਜਦੋਂ ਲੈ ਕੇ ਜਾਂਦੇ ਨੇ ਤੇ 10 ਫੁੱਟ ਦੂਰੋਂ ਹੀ ਜੋੜਾ ਵਗਾ ਕੇ ਮਾਰਦੇ, ਕਹਿੰਦੇ ਇਹਨੂੰ ਗੰਢਦੇ, ਨੇੜੇ ਨਹੀਂ ਜਾਂਦੇ। ਜਿਵੇਂ ਰਵਿਦਾਸ ਮਹਾਰਾਜ ਕਹਿੰਦੇ ਨੇ, ਜਾਕੀ ਛੋਤ ਜਗਤ ਕੋ ਲੱਗ। ਕਹਿੰਦੇ ਏਦਾਂ ਦੀ ਸੋਚ ਸੀ ਦੁਨੀਆ ਦੀ ਸੱਚੇ ਪਾਤਸ਼ਾਹ, ਵੀ ਜੇ ਕਿਤੇ ਅਸੀਂ ਕਿਸੇ ਦੇ ਕੋਲ ਵੀ ਖੜ ਜਾਂਦੇ ਸੀ, ਅਗਲਾ ਪਰੇ ਹੋ ਜਾਂਦਾ ਸੀ ਵੀ ਕਿਤੇ ਇਹਦਾ ਅਸੀਂ ਭਿੱਟੇ ਨਾ ਜਾਈਏ। ਇਹੋ ਜਿਹੀ ਸੋਚ ਦੇ ਮਾਲਕ ਜਿਹੜੇ ਲੋਕ ਘਟੀਆ ਸੋਚਦੇ, ਇਹਨਾਂ ਚੀਜ਼ਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਖਤਮ ਕਰਕੇ ਨਿਮਾਣਿਆਂ ਨੂੰ ਮਾਣ ਬਖਸ਼ਿਆ ਸੀ। ਸੋ ਰਹੋ ਵਿਚਾਰ, ਕਹਿੰਦੇ ਜੋੜਾ ਦੂਰੋਂ ਸੱਟਿਆ ਤੇ ਨਾਲੇ ਰਵਿਦਾਸ ਮਹਾਰਾਜ ਜੋੜਾ ਗੱਠਦੇ ਨੇ, ਨਾਲੇ ਪੁੱਛਦੇ ਨੇ, ਕਹਿੰਦੇ ਕਿੱਥੇ ਜਾ ਰਹੇ ਹੋ? ਕਹਿੰਦੇ ਗੰਗਾ ਤੇ ਇਸ਼ਨਾਨ ਕਰਨ ਜਾ ਰਹੇ। ਜਦੋਂ ਜੋੜਾ ਗੱਠ ਦਿੱਤਾ, ਕਹਿੰਦੇ ਮਾਇਆ ਦੱਸੋ ਜੀ। ਰਵਿਦਾਸ ਮਹਾਰਾਜ ਕਹਿੰਦੇ ਮਾਇਆ ਨਹੀਂ ਲੈਣੀ, ਚੰਗੇ ਕਰਮ ਚੱਲੇ ਹੋ, ਮਾਇਆ ਨਹੀਂ ਚਾਹੀਦੀ ਤੁਹਾਡੇ ਕੋਲੋਂ, ਬਸ ਮੇਰਾ ਕੋਈ ਛੋਟਾ ਜਿਹਾ ਕਰਮ ਮੇਰਾ ਵੀ ਕਰ ਦਿਓ। ਦੱਸੋ
ਹੁਣ ਇੱਥੇ ਭਾਈ ਗੁਰਦਾਸ ਸਾਹਿਬ ਬਚਨ ਕਰਦੇ ਐ, ਕੱਢ ਕਸੀਰਾ ਸੌਂਪਿਆ ਰਵਿਦਾਸੈ ਗੰਗਾ ਦੀ ਭੇਟਾ। ਰਵਿਦਾਸ ਮਾਰੇ ਕਹਿੰਦੇ ਆ ਭੇਟਾ ਮੇਰੀ ਵੀ ਇੱਕ ਲੈ ਜਿਓ, ਮਾਤਾ ਗੰਗਾ ਦੇ ਚਰਨਾਂ 'ਚ ਅਰਪਣ ਕਰ ਦਿਓ। ਕਹਿੰਦੇ ਉਹਨੇ ਜਦੋਂ ਭੇਟਾ ਫੜੀ ਨਾ, ਏਦਾਂ ਨਹੀਂ ਫੜਦੀ, ਕਹਿੰਦੇ ਏਦਾਂ ਥੱਲੇ ਸੁੱਟਦੇ। ਕਹਿੰਦੇ ਉਹਦੇ ਉੱਤੇ ਇੱਕ ਕਮੰਡਲ ਸੀ ਉਹਦੇ ਹੱਥ ਵਿੱਚ, ਉਹਦੇ ਵਿੱਚੋਂ ਜਲ ਪਾਇਆ ਉਸ ਪੈਸੇ ਤੇ ਉਸ ਕਸੀਰੇ ਤੇ, ਫਿਰ ਉਹਨੂੰ ਹੱਥ 'ਚ ਫੜਿਆ ਵੀ ਕਿਤੇ ਇਹਦੇ ਹੱਥੋਂ ਲੱਗ ਕੇ ਮੇਰੇ ਹੱਥ ਲੱਗ ਕੇ ਕਿਤੇ ਮੇਰਾ ਕੀਤਾ ਕਰਾਇਆ ਖਰਾਬ ਨਾ ਹੋ ਜਾਏ। ਏਦਾਂ ਦੀ ਸੋਚ ਸਾਧ ਸੰਗਤ ਜੀ। ਸੋ ਫਿਰ ਜਦੋਂ ਤੁਰਨ ਲੱਗਾ ਪੈਸਾ ਲੈ ਕੇ, ਰਵਿਦਾਸ ਮਾਰੇ ਕਹਿੰਦੇ ਰੁਕ ਜਾਓ। ਕਹਿੰਦੇ ਹੁਣ ਦੱਸੋ ਕੀ ਗੱਲ ਹੋ ਗਈ। ਕਹਿੰਦੇ ਜਿਹੜੀ ਭੇਟਾ ਤੁਸੀਂ ਮੇਰੀ ਮਾਤਾ ਗੰਗਾ ਨੂੰ ਦੇਣੀ ਹੈ, ਏਦਾਂ ਨਹੀਂ ਦੇ ਦੇਣੀ, ਜੇ ਮਾਤਾ ਗੰਗਾ ਹੱਥ ਵਿੱਚ ਫੜੇਗੀ ਤਾਂ ਦੇਣੀ। ਉਹ ਕਹਿੰਦੇ ਰਵਿਦਾਸ ਇਹ ਕਿਹੜੀ ਗੱਲ ਕਰੀ ਜਾਂਦਾ, ਲੋਕ ਤੇ ਸੋਨੇ ਦੀਆਂ ਮੋਹਰਾਂ ਟੋਕਰੇ ਭਰ ਭਰ ਸੁੱਟਦੇ ਆ, ਮਾਤਾ ਉਹਨਾਂ ਦੀ ਨਹੀਂ ਭੇਟਾ ਪ੍ਰਵਾਨ ਕਰਦੀ, ਤੂੰ ਇਹ ਖੋਟੇ ਜਿਹੇ ਪੈਸੇ ਦੀ ਗੱਲ ਕਰੀ ਜਾਂਦਾ। ਕਹਿੰਦੇ ਬਸ ਜੀ ਮੇਰੀ ਹੱਥ ਜੋੜ ਕੇ ਬੇਨਤੀ ਪ੍ਰਵਾਨ ਕਰ ਲਿਓ, ਤੁਸੀਂ ਤਾਂ ਮਾਇਆ ਫੜਾਉਣੀ ਹੈ ਜੇ ਮਾਤਾ ਗੰਗਾ ਆਪ ਹੱਥੀ ਮਾਇਆ ਫੜੇ। ਸੋ ਸਾਧ ਸੰਗਤ ਜੀ, ਪੰਡਤ ਚਲਿਆ ਗਿਆ ਗੱਲ ਨੂੰ ਮਜ਼ਾਕ 'ਚ ਪਾ ਕੇ, ਪਰ ਰਾਜ ਸੋਚਦਾ ਜਾਂਦਾ। ਹੁਣ ਜਦੋਂ ਗੰਗਾ ਦੇ ਜਾ ਕੇ ਇਸ਼ਨਾਨ ਕੀਤਾ ਤੇ ਜਦੋਂ ਤੁਰਨ ਲੱਗੇ ਤੇ ਰਵਿਦਾਸ ਮਹਾਰਾਜ ਦਾ ਬਚਨ ਚੇਤੇ ਆ ਗਿਆ ਵੀ ਮਾਇਆ ਵੀ ਭੇਟਾ ਮੇਰੀ ਅਰਪਣ ਕਰ ਦਿਓ। ਜਾ ਕੇ ਖੜ ਕੇ ਗੰਗਾ ਕਿਨਾਰੇ ਆਵਾਜ਼ ਦੇ ਕੇ ਕਹਿਣ ਲੱਗੇ, ਮਾਤਾ ਇੱਕ ਸੇਵਕ ਨੇ ਵੀ ਭੇਟਾ ਭੇਜੀ ਹੈ, ਪਰ ਉਹਨੇ ਕਿਹਾ ਮੇਰੀ ਭੇਟਾ ਜਿਹੜੀ ਹੈ ਇਹ ਮਾਤਾ ਗੰਗਾ ਦੇ ਹੱਥ 'ਚ ਫੜਾਉਣੀ ਹੈ, ਜੇ ਤੁਸੀਂ ਫੜਨੀ ਹੈ ਤੇ ਪ੍ਰਵਾਨ ਕਰਨੀ ਹੈ ਕਰ ਲਓ, ਨਹੀਂ ਤੇ ਮੈਂ ਚੱਲਿਆ। ਕਹਿੰਦੇ ਇੰਨਾ ਵਚਨ ਕਰਕੇ ਪੰਡਤ ਨੇ ਹਲੇ ਮੂੰਹ ਘੁਮਾਇਆ ਸੀ ਤੇ ਆਵਾਜ਼ ਆ ਗਈ। ਕਹਿੰਦੇ ਮਾਤਾ ਗੰਗਾ ਨੇ ਕਿਹਾ ਵੀ ਆਹ ਜਿਹੜੀ ਭੇਟਾ ਨਾ ਇਹ ਮੇਰੇ ਹੱਥ 'ਚ ਫੜਾਓ। ਕਹਿੰਦੇ ਚੂੜੇ ਵਾਲਾ ਹੱਥ। ਸਾਧ ਸੰਗਤ ਜੀ, ਮਾਤਾ ਗੰਗਾ ਨੇ ਉਹ ਭੇਟਾ ਹੱਥੀ ਫੜੀ ਤੇ ਇੱਥੇ ਭਾਈ ਗੁਰਦਾਸ ਸਾਹਿਬ ਬਚਨ ਕਰਦੇ ਆ, ਲੱਗਾ ਪੁਰਬ ਅਬੀਚ ਦਾ ਡਿੱਠਾ ਚਲਤ ਅਚਰਜ ਅਮੇਟਾ, ਲਿਆ ਕਸੀਰਾ ਹੱਥ ਕੱਢ ਸੂਤ ਇੱਕ ਜਿਉ ਤਾਣਾ ਪੇਟਾ। ਮਾਤਾ ਗੰਗਾ ਨੇ ਹੱਥੀ ਆਪ ਸਾਧ ਸੰਗਤ ਜੀ ਉਹ ਜਿਹੜੀ ਭੇਟਾ ਫੜੀ ਤੇ ਗੁਰੂ ਪਿਆਰਿਓ ਪੰਡਤ ਨੇ ਇਹ ਕਰਾਮਾਤ ਵੇਖ ਕੇ ਹੈਰਾਨ ਰਹਿ ਗਿਆ ਤੇ ਮਾਤਾ ਗੰਗਾ ਨੇ ਫਿਰ ਆਵਾਜ਼ ਦਿੱਤੀ, ਕਹਿੰਦੇ ਰੁਕ ਜਾਓ, ਇੱਕ ਭੇਟਾ ਮੇਰੀ ਵੀ ਲੈ ਕੇ ਜਾਇਓ, ਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ ਵਿੱਚ ਮੇਰੇ ਵੱਲੋਂ ਵੀ ਭੇਟਾ ਕਰ ਦਿਓ। ਕਹਿੰਦੇ ਮਾਤਾ ਨੇ ਇੱਕ ਕੰਗਣ ਦਿੱਤਾ ਪੰਡਤ ਨੂੰ, ਕਹਿੰਦੇ ਇਹ ਲੈ ਜੀ ਜਾ ਕੇ ਉਹਨਾਂ ਨੂੰ ਬੇਨਤੀ ਕਰਕੇ ਉਹਨਾਂ ਦੇ ਚਰਨਾਂ 'ਚ ਰੱਖ ਦੇ। ਹੁਣ ਕੰਗਣ ਦੀ ਐਸੀ ਝਲਕ ਹੈ, ਐਸਾ ਚਮਕਾਰਾ ਹੈ। ਹੁਣ ਗੁਰੂ ਪਿਆਰਿਓ ਮਨ ਜਿਹੜਾ ਸੀ ਉਹ ਕਿਤੇ ਕਿਤੇ ਆ ਗਿਆ ਵੀ ਹੁਣੇ ਜਿਹੜੀ ਇਹ ਕੰਗਣ ਜਿਹੜਾ ਹੁਣ ਰਵਿਦਾਸ ਜੀ ਨੇ ਕੀ ਕਰਨਾ ਵੀ ਮੈਂ ਰੱਖ ਲੈਣਾ। ਹੁਣ ਸਾਧ ਸੰਗਤ ਜੀ ਉਧਰੋਂ ਲੰਘਿਆ ਨਹੀਂ, ਦੂਸਰੇ ਰਾਹ ਤੋਂ ਲੰਘ ਕੇ ਆਪਣੇ ਘਰ ਚਲਿਆ ਗਿਆ। ਘਰ ਵਾਲੀ ਨੂੰ ਕਹਿੰਦਾ ਵੀ ਇਹ ਕਿਸੇ ਨੇ ਸੇਵਾਦਾਰ ਨੇ ਕੰਗਣ ਦੇਤਾ, ਕੋਈ ਨਾ ਕੋਈ ਬਹਾਨਾ ਪਾ ਦਿੱਤਾ, ਜੋ ਵੀ ਝੂਠ ਬੋਲ ਦਿੱਤਾ। ਹੁਣ ਸਾਧ ਸੰਗਤ ਜੀ ਕੁਦਰਤੀ ਸੁਭਾਅ ਹੈ ਬੀਬੀਆਂ ਦਾ ਵੀ ਮਹਿੰਗਾ ਕੱਪੜਾ ਹੋਵੇ, ਮਹਿੰਗਾ ਗਹਿਣਾ ਹੋਵੇ, ਜਦ ਤੱਕ ਪਾ ਕੇ ਕਿਸੇ ਦੂਸਰੀ ਬੀਬੀ ਨੂੰ ਦਿਖਾ ਨਾ ਦੇਣ ਔਰ ਉਦੋਂ ਤੱਕ ਬੀਬੀਆਂ ਦੇ ਮਨ ਨੂੰ ਵੀ ਤਸੱਲੀ ਨਹੀਂ ਹੁੰਦੀ। ਕਈ ਚਿਰ ਤਾਂ ਪਹਿਲਾਂ ਗਹਿਣਾ ਪਿਆ ਰਿਹਾ, ਫਿਰ ਮਨ ਪੱਕਾ ਜਿਹਾ ਕਰਕੇ ਨਾ ਗਹਿਣਾ ਪਾ ਕੇ ਕਿਸੇ ਵਿਆਹ ਤੇ ਚਲੇ ਗਈ। ਜਦ ਵਿਆਹ ਤੇ ਗਈ ਤੇ ਕਈਆਂ ਨੇ ਪੁੱਛਿਆ ਵੀ ਗਹਿਣਾ ਬੜਾ ਸੋਹਣਾ ਹੈ। ਏਦਾਂ ਕਰਦਿਆਂ ਕਰਦਿਆਂ ਬੜੀ ਚਰਚਾ ਹੋਣੀ ਸ਼ੁਰੂ ਹੋ ਗਈ ਉਸ ਗਹਿਣੇ ਦੀ ਤੇ ਗੱਲ ਸਾਧ ਸੰਗਤ ਜੀ ਪਹੁੰਚਦਿਆਂ ਰਾਜੇ ਦੇ ਮਹਿਲ ਤੱਕ ਪਹੁੰਚ ਗਈ। ਰਾਣੀ ਇੱਕ ਦਿਨ ਗਹਿਣੇ ਗੱਟੇ ਪਾ ਕੇ ਵਿਆਹ ਸ਼ਾਦੀ 'ਚ ਗਈ ਤੇ ਉੱਥੋਂ ਉਹਦੀਆਂ ਸਹੇਲੀਆਂ ਜੋ ਰਾਣੀਆਂ ਨੇ ਕਿਹਾ ਵੀ ਤੂੰ ਕਾਹਦੇ ਗਹਿਣੇ ਪਾਈ ਫਿਰਦੀਆਂ, ਗਹਿਣਾ ਤਾਂ ਪੰਡਤਾਣੀ ਕੋਲੇ ਹੈ, ਤੇਰਾ ਤੇ ਗਹਿਣਾ ਗੱਟਾ ਕੱਖ ਵੀ ਨਹੀਂ, ਉਹਦਾ ਇੱਕ ਕੰਗਣ ਹੀ ਤੇਰੇ ਸਾਰੇ ਗਹਿਣਿਆਂ ਤੋਂ ਸੋਹਣਾ। ਇੰਨੇ ਨੂੰ ਸਾਧ ਸੰਗਤ ਜੀ ਹੁਣ ਉਹਨੇ ਫਿਰ ਰਾਜੇ ਨੂੰ ਦੱਸਿਆ। ਰਾਜੇ ਨੇ ਪੰਡਤ ਜੀ ਨੂੰ ਸੱਦ ਲਿਆ। ਕਹਿੰਦੇ ਪੰਡਤ ਜੀ ਉਹ ਗਹਿਣਾ ਚਾਹੀਦਾ। ਹੁਣ ਰਾਜੇ ਨੂੰ ਮਨਾ ਨਹੀਂ ਕਰ ਸਕਦਾ। ਲਿਆਂਦਾ ਗਹਿਣਾ, ਲਿਆ ਕੇ ਰਾਜੇ ਨੂੰ ਸੌਂਪ ਦਿੱਤਾ ਤੇ ਹੁਣ ਜਦੋਂ ਕਹਿੰਦੇ ਗਹਿਣਾ ਪਾ ਕੇ ਰਾਣੀ ਕਿਸੇ ਫੇਰ ਵਿਆਹ ਤੇ ਗਈ, ਉਹ ਕਹਿੰਦੇ ਰਾਣੀਏ ਵੀ ਕੰਗਣ ਤੇ ਬੜਾ ਸੋਹਣਾ ਹੈ, ਪਰ ਜੇ ਪਾਇਆ ਹੋਵੇ ਦੂਜੇ ਹੱਥ 'ਚ ਤੇ ਕਮਾਲ ਹੀ ਹੋ ਜਾਵੇ, ਦੂਜੇ ਹੱਥ 'ਚ ਵੀ ਪਾਇਆ ਹੋਵੇ ਤੇ ਹੋਰ ਵੀ ਆਨੰਦ ਆ ਜਾਏ, ਹੋਰ ਵੀ ਸੋਹਣਾ ਲੱਗੇ।
ਤੇ ਹੁਣ ਰਾਣੀ ਨੇ ਫੇਰ ਰਾਜੇ ਨੂੰ ਕਹਿਤਾ, ਰਾਜੇ ਨੇ ਫੇਰ ਸੱਦ ਲਿਆ ਪੰਡਤ ਜੀ ਨੂੰ ਤੇ ਕਹਿੰਦੇ ਹੁਣ ਦੂਜਾ ਕੰਗਣ ਲੈ ਕੇ ਆ ਭਾਈ, ਜਿੱਥੋਂ ਮਰਜ਼ੀ ਲੈ ਕੇ ਆ, ਮੈਨੂੰ ਨਹੀਂ ਪਤਾ। ਹੁਣ ਹੱਥ ਜੋੜਦਾ, ਮਿਹਨਤਾਂ ਕਰਦਾ ਜੀ ਦੂਜਾ ਕੰਗਣ ਮੈਂ ਲਿਆਵਾਂ ਕਿੱਥੋਂ? ਉਹ ਕਹਿੰਦੇ ਜਿੱਥੋਂ ਮਰਜ਼ੀ ਲਿਆ, ਜਿੱਥੋਂ ਪਹਿਲਾਂ ਲਿਆਇਆ ਉਹੀ ਉੱਥੋਂ ਹੀ ਲੈ ਕੇ ਆ। ਹੁਣ ਏਦਾਂ ਨਾ ਸੁਨਿਆਰਾ ਕੋਈ ਕੰਗਣ ਬਣਾਉਂਦਾ ਹੋਵੇ ਤੇ ਤਾਂ ਹੀ ਹੈ। ਗੁਰੂ ਪਿਆਰਿਓ, ਫਿਰ ਸਮਾਂ ਆ ਗਿਆ। ਰਾਜਾ ਕਹਿੰਦਾ ਜਾਂ ਤਾਂ ਕੰਗਣ ਲੈ ਆ ਜਾਂ ਫਿਰ ਮਰਨ ਲਈ ਤਿਆਰ ਹੋ ਜਾ। ਫਿਰ ਭੱਜਿਆ ਜਾਂਦਾ ਜਾ ਕੇ ਰਵਿਦਾਸ ਮਹਾਰਾਜ ਜਿੱਥੋਂ 10 ਫੁੱਟ ਦੂਰ ਖੜ ਕੇ ਜੋੜਾ ਸੁੱਟਦਾ ਸੀ, ਨੇੜੇ ਜਾ ਕੇ ਚਰਨ ਫੜ ਕੇ ਰੋਣ ਲੱਗ ਗਿਆ। ਕਹਿੰਦੇ ਮਹਾਰਾਜ ਕਿਰਪਾ ਕਰੋ, ਹੁਣ ਤੇ ਮੈਂ ਮਰ ਜਾਣਾ, ਮੇਰੀ ਜਾਨ ਖਤਰੇ 'ਚ ਆ ਗਈ, ਮੈਂ ਤੁਹਾਡੇ ਨਾਲ ਬੇਈਮਾਨੀ ਖੇਡੀ, ਮਹਾਰਾਜ ਕਿਰਪਾ ਕਰਕੇ ਮੈਨੂੰ ਬਖਸ਼ੋ ਤੇ ਮੈਨੂੰ ਇੱਕ ਕੰਗਣ ਹੋਰ ਦਿਓ। ਸਾਰੀ ਵਾਰਤਾ ਸੁਣਾਈ, ਮੈਨੂੰ ਇੱਕ ਕਸੀਰਾ, ਇੱਕ ਪੈਸਾ ਦਿਓ, ਮੈਂ ਮਾਤਾ ਗੰਗਾ ਨੂੰ ਦੇ ਕੇ ਤੇ ਆਪਣਾ ਕੰਗਣ ਲੈ ਕੇ ਆਵਾਂ। ਉਹ ਕਹਿੰਦੇ ਰਵਿਦਾਸ ਮਹਾਰਾਜ ਕਹਿੰਦੇ ਜੇ ਤੂੰ ਗਲਤੀ ਮੰਨ ਲਈ ਹੈ ਤੇ ਹੁਣ ਗੰਗਾ ਦੇ ਜਾਣ ਦੀ ਲੋੜ ਨਹੀਂ। ਜੇ ਤੂੰ ਆਪਣੀ ਭੁੱਲ ਮੰਨ ਕੇ ਇੱਥੇ ਆ ਕੇ ਖੜ ਗਿਆ, ਹੰਕਾਰ ਤੇਰਾ ਟੁੱਟ ਗਿਆ, ਹੁਣ ਗੰਗਾ ਤੇ ਜਾ ਨਾ, ਹੁਣ ਗੰਗਾ ਆਪ ਇੱਥੇ ਆਏਗੀ। ਤੇ ਸਾਧ ਸੰਗਤ ਜੀ, ਉੱਥੇ ਰਵਿਦਾਸ ਮਹਾਰਾਜ ਦਾ ਜਿਹੜਾ ਉਹ ਪੱਥਰ ਦਾ ਜੋ ਕੁੰਡ ਸੀ ਜਿਹਦੇ ਵਿੱਚ ਚਮੜਾ ਧੁੰਦੇ ਸੀ, ਮਾਰੇ ਕਹਿੰਦੇ ਜਾ ਚਮੜਾ ਪਾਸੇ ਕਰਕੇ ਉਥੋਂ ਕੰਗਣ ਕੱਢ ਲਿਆ ਤੇ ਦੇਖੀ ਕਿਤੇ ਹੋਰ ਲਾਲਚ ਨਾ ਕਰ ਲਈ। ਇੱਕੋ ਹੀ ਕੰਗਣ ਕੱਢੀ ਪਛਾਣ ਕੇ, ਜਦੋਂ ਜਾ ਕੇ ਚਮੜਾ ਪਾਸੇ ਕੀਤਾ, ਸਾਧ ਸੰਗਤ ਜੀ ਜਿਹੜੀ ਗੰਗਾ ਉੱਥੇ ਵਗਦੀ ਸੀ ਰਵਿਦਾਸ ਮਹਾਰਾਜ ਦੇ ਉਸ ਕੁੰਡ ਵਿੱਚ ਵਗਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਾਧ ਸੰਗਤ ਜੀ, ਐਸੀ ਰਵਿਦਾਸ ਮਹਾਰਾਜ ਦੀ ਕਰਾਮਾਤ, ਐਸੀ ਖੇਡ ਉਹਨਾਂ ਨੇ ਵਰਤਾਈ। ਸੋ ਲੈ ਕੇ ਕੰਗਣ ਜਦੋਂ ਰਾਜੇ ਕੋਲ ਪਹੁੰਚਿਆ ਤੇ ਰਾਜੇ ਨੂੰ ਦੱਸੀ ਸਾਰੀ ਵਾਰਤਾ। ਉਹ ਕਹਿੰਦੇ ਭਾਈ ਕਿੱਥੇ ਤੁਰੇ ਫਿਰਦੇ ਹੋ, ਤੁਹਾਡੇ ਦੇ ਸ਼ਹਿਰ ਦੇ ਵਿੱਚ ਰਵਿਦਾਸ ਮਹਾਰਾਜ ਰੱਬ ਰਹਿੰਦਾ, ਤੁਸੀਂ ਚਲੋ ਉਹਨਾਂ ਦੇ ਚਰਨਾਂ 'ਚ ਚੱਲੀਏ, ਜਿਹੜੇ ਐਡੀ ਕਰਾਮਾਤ ਵਰਤਾਉਂਦੇ ਨੇ, ਇੰਨੀਆਂ ਮਿਹਰਾਂ ਕਰਦੇ ਆ, ਖੁਸ਼ੀਆਂ ਵੰਡਦੇ ਆ, ਦੁੱਖੜੇ ਦੂਰ ਕਰਦੇ ਆ। ਜਾਓ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਆਪਣੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਲਓ। ਸੋ ਐਸੇ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਨੇ। ਸੋ ਆਓ ਉਹਨਾਂ ਦੇ ਚਰਨਾਂ ਨਾਲ, ਐਸੇ ਮਹਾਂਪੁਰਸ਼ਾਂ ਦੇ ਚਰਨਾਂ ਨਾਲ ਜੁੜੀਏ, ਐਸੇ ਮਹਾਂਪੁਰਸ਼ਾਂ ਦੀ ਬਾਣੀ ਪੜ੍ਹੀਏ ਜਿਨ੍ਹਾਂ ਦੀ ਬਾਣੀ ਪੜ੍ਹ ਕੇ ਸਾਨੂੰ ਸੇਧ ਮਿਲਦੀ ਹੈ। ਬਹੁਤ ਜਨਮ ਵਿਛਰੇ ਥੇ ਮਾਧੋ, ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵ, ਚਿਰ ਪਿਉ ਦਰਸ਼ਨ ਦੇਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।